लास्ट जो टॉपिक से उससे तो गल कंटिन्यू कर रहे हैं। लास्ट आप दो टर्म्स कीतियां सीगियां। एक अपने को टर्म आई सी ਉਹਦੇ ਅੰਦਰ ਜਨਰਲ ਜਿਹੜਾ ਕਨਸੈਪਟ ਫੋਰਸ ਦਾ ਤੇ ਸੈਕੰਡ ਟਰਮ ਆਪਣੀ ਸੀਗੀ ਲੀਨੀਅਰ ਮੋਮੈਂਟਮ। ਠੀਕ ਹੈ, ਹੁਣ ਇਹਨਾਂ ਟਰਮਸ ਨਾਲ ਰਿਲੇਟਡ ਜਿਹੜਾ ਟੌਪਿਕ ਆ ਨਾ ਬੁੱਕ ਦੇ ਵਿੱਚੋਂ ਬੁੱਕ ਦੋ ਟੌਪਿਕ ਇਹਦੇ ਨਾਲ ਹੋਰ ਦਿੱਤੇ, ਗੱਲ ਸਮਝ ਲਈ ਇੱਕ ਵਾਰੀ ਧਿਆਨ ਨਾਲ। ਇੱਕ ਦਿੱਤਾ ਹੋਇਆ ਉੱਥੇ ਐਰਿਸਟੋਟਲ ਫੈਲੇਸੀ, ਇਹਦੇ ਨਾਲ ਇੱਕ ਉਹਨੇ ਟੌਪਿਕ ਲਿੰਕ ਕੀਤਾ ਹੈ ਤੁਹਾਡੇ ਕੋਲ ਗੈਲੀਲੀਓ ਲਾਅ ਆਫ ਇਨਰਸ਼ੀਆ। बेसिकली ਇਹਦੇ ਵਿੱਚ ਸਿਰਫ ਥਿਓਰੈਟਿਕਲੀ ਉਹਨੇ ਆਪਾਂ ਨੂੰ ਟਰਮ ਐਕਸਪਲੇਨ ਕੀਤੀ ਆ। ਠੀਕ ਹੈ, ਐਰਿਸਟੋਟਲ ਫੈਲੇਸੀ ਨੇ ਇਹ ਟਰਮ ਐਕਸਪਲੇਨ ਕੀਤੀ ਤੁਹਾਡੇ ਕੋਲ ਕਿ ਸਮ ਫੋਰਸ ਮਸਟ ਬੀ ਰਿਕੁਆਇਰਡ। मतलब ਅਸੀਂ ਜੋ ਦੱਸਣ ਲੱਗੇ ਉਹ ਇਹ ਚੀਜ਼ ਹੋਏਗੀ ਕਿ ਐਰਿਸਟੋਟਲ ਨੇ ਐਸਾ ਜ ਆਪਣਾ ਜਿਹੜਾ ਫਿਨੋਮੀਨਾ ਐਕਸਪਲੇਨ ਕੀਤਾ ਮੋਸ਼ਨ ਨਾਲ ਰਿਲੇਟਡ, ਉਹ ਚ ਉਹਦੀ ਗਲਤੀ ਕੀ ਹੈਗੀ ਹੈ। ਠੀਕ ਹੈ, ਉਹਦੀ ਗੱਲ ਐਸ ਐਚ ਇਹਦੇ ਵਿੱਚ ਆ ਜਾਏਗੀ। ਹੈਲੋ, सो उन्हें एरिस्टोटल फैलेसी बेसिकली उन्हें टॉपिक ये बनाया बेटा कि थोड़े को ਅਸੀਂ ਐਸਐਚ डिफाइन करते जे मैं न्यूटन दे फर्स्ट लॉ ऑफ मोशन ਨਾਲ ਗੱਲ ਲਿੰਕ ਕਰਕੇ ਚੱਲਾਂ ਤੇ ਨਿਊਟਨ ਦਾ ਫਰਸਟ ਲॉ ਆਫ ਮੋਸ਼ਨ ਹੈ ਡਿਫਾਈਨ ਕਰਦਾ a body remain to be in the state of rest or in the state of a uniform motion unless and until external and unbalanced force will applied on the body। ਇਹਦਾ मतलब आ कि भी न्यूटन्स ने ऐसा समय डिफाइन किया कि जे बॉडी रेस्ट विच आ या बॉडी यूनिफॉर्म मोशन च, मतलब मोशन च हैगी आ पर यूनिफॉर्म मोशन च होवे ते देन नो फोर्स इज रिक्वायर्ड टू मेंटेन द स्टेट ऑफ द बॉडी। पर एरिस्टोटल ने ये कहा सीगा कि जेकर ऐसे तुहाडे कोल किसी बॉडी दे अंदर तुसी मोशन डेवलप करनी है इवन दो जेडी मोशन आ वो यूनिफॉर्म मोशन भी होवे, जे मैं बॉडी दे अंदर यूनिफॉर्म मोशन बिल्डअप करनी है some force must be required। मतलब ਉਹਦੇ ਅਕੋਰਡਿੰਗਲੀ ਐਰਿਸਟੋਟਲ ਦੇ ਅਕੋਰਡਿੰਗਲੀ ਸੀਗਾ ਕਿ ਵੀ ਬਾਡੀ ਦੇ ਅੰਦਰ ਐਸ ਸੱਚ ਰੈਸਟ ਤੋਂ ਯੂਨੀਫਾਰਮ ਮੋਸ਼ਨ ਜਾਂ ਨਾਨ ਯੂਨੀਫਾਰਮ ਮੋਸ਼ਨ, मतलब ਬਾਡੀ ਨੂੰ ਰੈਸਟ ਤੋਂ ਮੋਸ਼ਨ ਚ ਲੈ ਕੇ ਆਉਣ ਵਾਸਤੇ, ਮੋਸ਼ਨ ਦੀ ਨੇਚਰ ਕੋਈ ਵੀ ਹੋਵੇ, ਬਾਡੀ ਨੂੰ ਰੈਸਟ ਤੋਂ ਮੋਸ਼ਨ ਚ ਲੈ ਕੇ ਆਉਣ ਵਾਸਤੇ ਹਮੇਸ਼ਾ ਜਿਹੜੀ ਹੋਏਗੀ ਕਹਿੰਦਾ ਜੀ ਫੋਰਸ ਆਲਵੇਸ ਟੂ ਬੀ ਰਿਕੁਆਇਰਡ, ਫੋਰਸ ਚਾਹੀਦੀ। but experimentally ਤੇ practically ਅਸੀਂ find out ਕੀਤਾ no force is to be required by a body if a body is moving with uniform motion। ਜੇ body uniform motion ਚ move ਕਰਦੀ ਫਿਰ force ਨਹੀਂ ਚਾਹੀਦੀ, ਜਦਕਿ ਐਰਿਸਟੋਟਲ ਦੇ ਅਕੋਰਡਿੰਗਲੀ ਸੀਗਾ ਕਿ ਜੇ body rest ਤੋਂ motion ਚ ਆਣੀ ਹੈ ਨਾ ਤੇ ਹਮੇਸ਼ਾ force required। तो ਇਹ ਅਸੀਂ ਦੱਸ ਦੇਵੇ ਕਿ ਐਰਿਸਟੋਟਲ ਨੇ ਆਪਣੇ ਲਾਅ ਦੇ ਅੰਦਰ ਕਹਿੰਦਾ ਜੀ ਐਸਾ ਜੀ ਗਲਤ ਕਿਆ ਦੱਸਿਆ ਹੋਇਆ, ਉਹਨੂੰ ਅਸੀਂ ਨਾਮ ਦਿੰਨੇ ਪਏ ਐਰਿਸਟੋਟਲ ਫੈਲੇਸੀ ਹੋਏਗਾ। सेकंड गैलीलियो लॉ ऑफ इनर्शिया ਆਪਾਂ ਵਿੱਚ ਨਿਊਟਨ ਦੇ ਫਰਸਟ ਲਾਅ ਨਾਲ ਹੀ ਲਿੰਕ ਕਰ ਲੈਣਾ। ਠੀਕ ਹੈ, ਨਿਊਟਨ ਦਾ ਫਰਸਟ ਲਾਅ ਇਸੇ ਚੀਜ਼ ਨੂੰ ਹੀ ਡਿਫਾਈਨ ਕਰਦਾ। ਹੁਣ ਇਹਦੇ ਅਕੋਰਡਿੰਗਲੀ ਆਪਾਂ ਇੱਕ ਟਰਮ ਪਹਿਲਾਂ ਲੈਣ ਲੱਗੇ ਆ, दैट टर्म इज टू बी कॉल्ड एज इनर्शिया। ਜੇ ਇਨਰਸ਼ੀਆ ਡਿਫਾਈਨ ਕਰੀਏ ਤੇ ਬੁੱਕ ਇਨਰਸ਼ੀਆ ਬੇਸਿਕਲੀ ਆਪਣੇ ਕੋਲ ਕਿਆ ਟਰਮ ਨੂੰ ਡਿਫਾਈਨ ਕਰਦਾ, ਇਹਦੀ ਗੱਲ ਅੱਗੇ ਵੀ ਦੱਸੀ ਸੀ ਕਿ ਫੇਰ ਇੱਕ ਵਾਰੀ ਦੁਬਾਰਾ ਆਪਾਂ ਰਿਪੀਟ ਕਰਨ ਲੱਗੇ, ਥੋੜਾ ਜਲਦੀ ਚੱਲਾਂਗੇ ਇਹਨਾਂ ਚੀਜ਼ਾਂ। ਇਨਰਸ਼ੀਆ ਕਿਹਨੂੰ ਕਹੀਏ, inability of the body to always oppose any change in state of the body। सिर्फ theoretical topic ਆ, mathematical कुछ भी नहीं आना, सिर्फ समझने वाले ते एक बारी बुक दे विचों रीडिंग देने वाले टॉपिक आ। 9th क्लास नाल रिलेटेड आ, +1 दे विच बहुत ज्यादा ਇਹਦਾ कुछ नहीं आना बेटा। inertia डिफाइन करिए तो ਅਸੀਂ ਕਿਹਨੂੰ ਕਹਿ ਕੇ ਚੱਲਦੇ ਆ, ਕਹਿੰਦਾ ਜੀ inability of the body to always oppose any change in state of the body। सो बॉडी दी एबिलिटी आ कि भी वो एक लेवल तक अपने ते लगन वाली फोर्स नु अपोज करेगी ताकि अपनी स्टेट ना चेंज हो जावे। if the body is in the state of rest or in the state of uniform or in the state of motion or in the state of given direction, body बेटा अपनी उस स्टेट नु मेंटेन करेगी एक लेवल तक unless and until, ठीक है, it is to be compelled by the कहंदा जी external force। मतलब ਤੁਸੀਂ ਐਕਸਟਰਨਲ ਫੋਰਸ ਲਾ ਕੇ ਉਹਨੂੰ ਕੰਪੈਲ ਨਹੀਂ ਕਰਦੇ ਜਦੋਂ ਤੱਕ ਇੰਨਾ ਜ਼ਿਆਦਾ ਕਿ ਉਹ ਆਪਣੀ ਸਟੇਟ ਬਦਲ ਦੇਵੇ ਤੇ ਉਦੋਂ ਤੱਕ ਬਾਡੀ ਆਪਣੀ ਸੇਮ ਸਟੇਟ ਨੂੰ ਮੇਨਟੇਨ ਕਰਨਾ ਚਾਹੇ ਤੇ ਉਹਦੇ ਅਕੋਰਡਿੰਗਲੀ ਅਸੀਂ ਕਹਿੰਦੇ ਜੀ ਇਨਰਸ਼ੀਆ ਜਿਹੜਾ ਹੋਏਗਾ, ਠੀਕ ਹੈ, ਦੈਟ ਪਲੇ ਦਾ ਰੋਲ। ਔਰ ਇਨਰਸ਼ੀਆ ਡਿਪੈਂਡ ਕਿਤੇ ਤੇ ਕਰਦਾ ਤੇ ਉਹਨੂੰ ਅਸੀਂ ਡਿਫਾਈਨ ਕਰਦੇ ਹਾਂ ਇਨਰਸ਼ੀਆ ਆਲਵੇਸ ਟੂ ਬੀ ਡਿਪੈਂਡ ਅਪਨ ਦਾ ਮਾਸ ਆਫ ਦਾ ਬਾਡੀ। ਬਾਡੀ ਕਿੰਨੀ ਮੈਸਿਵ ਹੈਗੀ ਆ, ਬਾਡੀ ਕਿੰਨੀ ਮੈਸਿਵ ਹੈਗੀ, ਕਿੰਨੀ ਮਾਸ ਦੀ ਬਾਡੀ ਹੈਗੀ ਆ, वो डिसाइड करेगा बॉडी की स्टेट च क्या चेंज आनी है। इनर्शिया ऐसा जब आप तीन वे ना डिफाइन कर देने हैं, एक अपने को आ जाएगा इनर्शिया ऑफ रेस्ट,
एक आ जाएगा इनर्शिया ऑफ रेस्ट, एक आना इनर्शिया ऑफ मोशन, और एक आ जाएगा इनर्शिया ऑफ डायरेक्शन। सो तीन वे ना ਅਸੀਂ ਇਨਰਸ਼ੀਆ ਨੂੰ ਡਿਫਾਈਨ ਕਰਦੇ ਹਾਂ ਕਿ ਜੇ ਬਾਡੀ ਰੈਸਟ ਦੀ ਸਟੇਟ 'ਚ ਤੇ ਬਾਡੀ ਕੰਟੀਨਿਊਸਲੀ ਰਿਮੇਨ ਟੂ ਬੀ ਇਨ ਦਾ ਸਟੇਟ ਆਫ ਰੈਸਟ ਅਨਲੈਸ ਇਟ ਇਜ਼ ਟੂ ਬੀ ਕੰਪੈਲਡ ਬਾਈ ਸਮ ਐਕਸਟਰਨਲ ਸੋਰਸ। ਜਦੋਂ ਤੱਕ ਕਿਸੇ ਐਕਸਟਰਨਲ ਏਜੰਸੀ ਦੀ ਹੈਲਪ ਨਾਲ ਤੁਸੀਂ ਬਾਡੀ ਤੇ ਇੰਨੀ ਫੋਰਸ ਨਹੀਂ ਲਗਾ ਦਿੰਦੇ ਕਿ ਵੀ ਬਾਡੀ ਦੀ ਸਟੇਟ ਨੂੰ ਚੇਂਜ ਕਰੋ, ਤੇ ਬਾਡੀ ਦੀ ਟੈਂਡੈਂਸੀ ਹੋਏਗੀ ਆਪਣੀ ਸੇਮ ਸਟੇਟ ਨੂੰ ਇੱਕ ਲੈਵਲ ਤੱਕ ਮੇਨਟੇਨ ਕਰੇਗੀ। ਠੀਕ ਹੈ, ਤੇ ਜੇ ਉਹ ਬਾਡੀ ਰੈਸਟ ਵਿੱਚ ਆ ਤੁਸੀਂ ਕਹਿੰਦੇ ਜੀ ਉਹ ਬਾਡੀ ਦੀ ਐਬਿਲਿਟੀ ਨੂੰ ਅਸੀਂ ਨਾਮ ਦਿੰਦੇ ਆ ਉਹਦਾ ਇਨਰਸ਼ੀਆ ਆਫ ਰੈਸਟ। ਯਾਨੀ ਇਟ ਇਜ਼ ਦ ਇਨਐਬਿਲਿਟੀ ਆਫ ਦ ਬਾਡੀ ਟੂ ਆਲਵੇਜ਼ ਅਪੋਜ਼ ਦ ਚੇਂਜ ਇਨ ਸਟੇਟ ਆਫ ਦ ਰੈਸਟ ਆਫ ਦ ਬਾਡੀ। ਬਾਡੀ ਨੇ ਆਪਣੇ ਆਪ ਨੂੰ ਆਪਣੀ ਰੈਸਟ ਦੀ ਸਟੇਟ ਨੂੰ ਮੇਨਟੇਨ ਕਰਨਾ। ਉਹਦੀ ਐਗਜ਼ਾਮਪਲ ਬਹੁਤ ਸਾਰੀਆਂ ਆਪਣੇ ਕੋਲ ਕਿ ਜੇ ਇੱਕ ਮੰਨ ਲਓ ਮੇਰੇ ਕੋਲ ਕੋਈ ਕਾਰਪੇਟ ਹੈਗਾ, ਕਾਰਪੇਟ ਦੇ ਅੰਦਰ ਮੇਰੇ ਕੋਲ ਡਸਟ ਹੈਗੀ ਆ, ਮੈਨੂੰ ਬੀਟ ਕਰਦਾ ਪਿਆ ਕਿਸੇ ਸਟਿਕ ਦੇ ਨਾਲ ਤੇ ਡਸਟ ਨੀਚੇ ਫਾਲ ਕਰ ਗਈ। एक पेड़ दे कहना जी ट्री दी ब्रांच ਨੂੰ ਮੈਂ ਹਿਲਾਇਆ ਤੇ ਫਰੂਟ ਉਹਦੇ ਥੱਲੇ ਡਿੱਗ ਗਏ। ਠੀਕ ਹੈ, ਜਾਂ ਇਸੇ ਵੇ ਨਾ ਕਹਿੰਦਾ ਜੀ ਹੋਰ ਬਹੁਤ ਸਾਰੇ ਐਗਜ਼ਾਮਪਲ ਬਣੀਆਂ ਇਹਨਾਂ ਦਾ। ਕਹਿੰਦਾ ਜੀ ਅਸੀਂ ਜੇ ਕਾਜ਼ ਐਕਸਪਲੇਨ ਕਰੀਏ ਹੈ ਨਾ ਤਾਂ ਆਪਾਂ ਉਹ ਤੇ ਇਹਦੀ ਗੱਲ ਕਹਿੰਦੇ ਆ ਕਿ ਜਦੋਂ ਇਨੀਸ਼ੀਅਲੀ ਡਸਟ ਤੇ ਕਾਰਪੈਟ ਬੋਥ ਆਰ ਇਨ ਦਾ ਸਟੇਟ ਆਫ ਰੈਸਟ, ਜਦੋਂ ਤੁਸੀਂ ਉਹਨੂੰ ਬੀਟ ਕਰਨਾ ਸ਼ੁਰੂ ਕੀਤਾ ਕਿਸੇ ਸਟਿਕ ਦੇ ਨਾਲ ਤੇ ਕਹਿੰਦਾ ਜੀ ਇਨ ਦੈਟ ਕੇਸ ਦਾ ਕਾਰਪੈਟ ਪਾਰਟੀਕਲ ਵਿਲ ਕਮ ਇਨ ਦਾ ਸਟੇਟ ਆਫ ਮੋਸ਼ਨ ਜਿਹੜਾ ਹਿੱਟ ਹੁੰਦਾ ਪਿਆ, ਪਰ ਡਿਊ ਟੂ ਇਨਰਸ਼ੀਆ ਆਫ ਰੈਸਟ ਡਸਟ ਪਾਰਟੀਕਲ ਕਹਿੰਦਾ ਜੀ ਉਹ ਨੀਚੇ ਫਾਲ ਕਰ ਜਾਂਦੇ। ਇਹਦੇ ਜਿਵੇਂ ਇੱਕ ਕਿਸੇ ਪੇੜ ਦੀ ਟਾਹਣੀ ਨੂੰ ਹਿਲਾਉਣਾ ਪਿਆ, ਕਿਸੇ ਉਹਦੀ ਬ੍ਰਾਂਚ ਨੂੰ ਹਿਲਾ ਰਿਹਾ ਤਾਂ ਵੀ ਆਰ ਗਿਵਿੰਗ ਦਾ ਮੋਸ਼ਨ ਟੂ ਦਾ ਕਹਿੰਦਾ ਜੀ ਬ੍ਰਾਂਚ, ਬਟ ਫਰੂਟ ਟਰਾਈ ਟੂ ਰਿਮੇਨ ਇਨ ਦਾ ਸਟੇਟ ਆਫ ਰੈਸਟ। ਤੇ ਜੇ ਫਰੂਟ ਰੈਸਟ ਦੀ ਸਟੇਟ 'ਚ ਰਹਿਣਾ ਚਾਹੁੰਦਾ ਹੈ ਨਾ ਤੇ ਇਟ ਵਿਲ ਫਾਲ ਕਹਿੰਦਾ ਜੀ ਫਰਮ ਦਾ ਕਹਿੰਦਾ ਜੀ ਬ੍ਰਾਂਚ। ਇਹਦੇ ਹੀ ਹੋਰ ਐਗਜ਼ਾਮਪਲ ਆ ਜੇ ਤੁਸੀਂ ਬੱਸ ਦੀ ਸੀਟ ਤੇ ਬੈਠੇ ਹੋ, ਠੀਕ ਹੈ, ਔਰ ਬੱਸ ਰੈਸਟ ਦੀ ਸਟੇਟ 'ਚ, ਠੀਕ ਹੈ, ਤਾਂ ਕਹਿੰਦਾ ਜੀ ਵੀ ਆਰ ਇਨ ਦਾ ਸੇਮ ਸਟੇਟ ਆਫ ਰੈਸਟ। But when the bus will suddenly start, जब बस एकदम start होती है, ठीक है, तो उस moment पे अगर lower part of the body which is in contact with the bus है ना वो rest रहना चाहता, but upper part of the body try to come in the state of motion, या upper part में rest रहता है तो lower part body ਦੇ ਨਾਲ bus ਦੇ contact ਚ आ गया, इसलिए जब bus motion ਚ आ गई तो lower part भी motion ਚ आ गया तो upper part rest रहना चाह रहे, तो in that case ਅਸੀਂ ਕਹਿੰਦੇ body ਚ unbalance create ਹੋਏਗਾ। ਤੇ ਉਸ ਇਨਸਟੈਂਟ ਤੇ ਵੀ ਆਪਾਂ ਕੰਸੀਡਰ ਕਰਦੇ ਡਿਊ ਟੂ ਇਨਰਸ਼ੀਆ ਆਫ ਰੈਸਟ, ਠੀਕ ਹੈ, ਬਾਡੀ ਵਿਲ ਫੀਲ ਸਮ ਜਰਕ, ਮਤਲਬ ਸਾਨੂੰ ਉਸਲੇ ਜਿਹੜਾ ਕਹਿੰਦਾ ਜੀ ਐਸਾ ਚ ਫਾਰਵਰਡ ਡਾਇਰੈਕਸ਼ਨ ਚ ਧੱਕਾ ਲੱਗਦਾ। ਠੀਕ ਹੈ, ਇਦਾਂ ਹੋਰ ਬਹੁਤ ਸਾਰੇ ਐਗਜ਼ਾਮਪਲ ਆ, ਠੀਕ ਹੈ ਜੀ, ਤੁਸੀਂ ਕਹਿੰਦੇ ਇਨਰਸ਼ੀਆ ਆਫ ਰੈਸਟ ਆ ਜੂ। ਇਹਦੇ ਕੁਝ ਐਗਜ਼ਾਮਪਲ ਇਨਰਸ਼ੀਆ ਮੋਸ਼ਨ ਦੀਆਂ, ਚੱਲਦੀ ਬੱਸ ਹੋਵੇ, ਚੱਲਦੀ ਬੱਸ ਹੋਵੇ, ਠੀਕ ਹੈ, ਤਾਂ ਜੇ ਇੱਕ ਪਰਸਨ ਚੱਲਦੀ ਬੱਸ ਦੇ ਵਿੱਚੋਂ ਜਦੋਂ ਬੱਸ ਰੁਕਣ ਲੱਗਦੀ, ਕਈ ਵਾਰੀ ਅਸੀਂ ਬੱਸ ਸਟੈਂਡ ਤੋਂ ਬਾਹਰ ਹੀ ਉਹਦੇ ਚੋਂ ਕਹਿੰਦਾ ਜੀ ਛਾਲ ਮਾਰ ਲੈਂਦੇ, ठीक है, ਤੇ ਚੱਲਦੀ ਬੱਸ ਦੇ ਵਿੱਚੋਂ ਜੇ ਮੈਂ ਐਸਐਚ ਥੱਲੇ ਗਰਾਊਂਡ ਤੇ ਜੰਪ ਕਰਦਾ ਤੇ ਜੇ ਮੈਂ ਇੱਕਦਮ ਖੜਾ ਹੋ ਜਾਵਾਂ ਤਾਂ ਪਰਸਨ ਆਲਵੇਜ਼ ਫਾਲ। ਠੀਕ ਹੈ, ਕਹਿੰਦਾ ਵੀ ਉਹ ਕਿਉਂ, ਤੇ ਉਹਦਾ ਰੀਜ਼ਨ ਵੀ ਅਸੀਂ ਇਹ ਕਹਿ ਕੇ ਜੋੜਦੇ ਇਨੀਸ਼ੀਅਲੀ ਬੱਸ ਐਸ ਵੈਲ ਐਸ ਦਾ ਪੈਸੇਂਜਰ ਬੋਥ ਆਰ ਇਨ ਦਾ ਸਟੇਟ ਆਫ ਮੋਸ਼ਨ, ਦੋਨਾਂ ਦੇ ਦੋਨੋਂ ਮੋਸ਼ਨ ਚ ਸੀਗੇ। ਠੀਕ ਹੈ, ਇਸ ਲਈ ਬਾਡੀ ਦੇ ਅੰਦਰ ਇਨਰਸ਼ੀਆ ਆਫ ਮੋਸ਼ਨ ਬਣਿਆ ਹੋਇਆ, ਬਟ ਐਸ ਸੂਨ ਐਸ ਦਾ ਪਰਸਨ ਜੰਪ ਓਵਰ ਦਾ ਰੋਡ, ਠੀਕ ਹੈ, ਤਾਂ ਰੋਡ ਇਜ਼ ਇਨ ਦਾ ਸਟੇਟ ਆਫ ਰੈਸਟ ਐਂਡ ਆਵਰ feet will come in the state of rest immediately, but upper part of the body try to remain in the state of energy motion, इसलिए upper part च motion बनी हुई है, lower part ਜਿਹੜਾ ground ਦੇ contact ਚ ਆਇਆ ਉਹ rest ਵਿੱਚ ਆ ਗਿਆ, ਤੇ ਇਹਦਾ ਮਤਲਬ ਕਿ body ਚ unbalance create ਹੋਏਗਾ ਤੇ person should fall in the forward direction, ਅਸੀਂ ਅੱਗੇ ਨੂੰ ਡਿੱਗਾਂਗੇ। ਠੀਕ ਹੈ, ਇਹਦੇ ਹੀ ਹੋਰ ਕੋਈ ਐਗਜ਼ਾਮਪਲ ਬਣਾ ਲਓ, ਕੋਈ ਐਥਲੀਟ ਆ ਜਿੱਦਾਂ ਰੇਸ ਖਤਮ ਹੁੰਦੀ ਆ, ਠੀਕ ਹੈ, ਉਹ ਇੱਕਦਮ ਰੁਕਦਾ ਨਹੀਂ, ਅਸੀਂ ਕਹਿੰਦੇ ਜੀ that always to be run a few step ਕਹਿੰਦਾ ਜੀ in the forward direction, it is again due to inertia of motion। ਜੇ ਇੱਕਦਮ ਉਹ ਆਪਣੇ ਆਪ ਨੂੰ ਰੋਕੇਗਾ ਤੇ ਬਾਡੀ ਦੇ ਅੰਦਰ ਅਨਬੈਲੈਂਸ ਕ੍ਰੀਏਟ ਹੋਣ ਕਰਕੇ, ਠੀਕ ਹੈ, ਬਾਡੀ ਫਾਲ ਕਰੇਗੀ। ਸੋ ਇਦਾਂ ਦੀ ਕੋਈ ਵੀ ਐਗਜ਼ਾਮਪਲ ਜਿਹਦੇ ਅੰਦਰ ਅਸੀਂ ਕਹਿੰਦੇ ਬਾਡੀ ਦੀ ਰੈਸਟ ਦੀ ਸਟੇਟ ਚੋਂ ਮੋਸ਼ਨ ਜਾਂ ਮੋਸ਼ਨ ਤੋਂ ਰੈਸਟ ਹੈ ਨਾ, that always to be called as ਦਾ ਕਹਿੰਦਾ ਜੀ inertia of rest ਔਰ inertia of motion। ਸਿਮਿਲਰਲੀ inertia of direction ਦੀ ਗੱਲ ਕਰਾਂ ਤਾਂ ਅਸੀਂ ਕਹਿੰਦੇ ਬਾਡੀ ਦੀ ਐਬਿਲਿਟੀ ਆ, ਠੀਕ ਹੈ, ਬਾਡੀ ਹਰ ਇੱਕ ਆਬਜੈਕਟ ਦੀ ਐਬਿਲਿਟੀ ਆ ਕਿ ਉਹ ਆਪਣੀ ਡਾਇਰੈਕਸ਼ਨ ਨੂੰ ਮੇਨਟੇਨ ਕਰਦੀ। ਮੈਨੂੰ ਪਤਾ ਬਾਰਿਸ਼ ਸਿੱਧੀ ਡਿੱਗਦੀ ਪਈ ਆ ਤੇ ਮੈਂ ਆਪਣੇ ਅੰਬ੍ਰੇਲਾ ਨੂੰ ਡਾਇਰੈਕਟਲੀ ਅਪਵਰਡ ਹੋਲਡ ਅਪ ਕਰਾਂਗਾ, ਹੈਲਡ ਅਪ ਕਰਾਂਗਾ, ਠੀਕ ਹੈ, ਡਿਊ ਟੂ ਇਨਰਸ਼ੀਆ ਆਫ ਡਾਇਰੈਕਸ਼ਨ। ਮੈਨੂੰ ਪਤਾ ਮੀਂਹ ਘੁੰਮ ਕੇ ਤੇ ਆਣਾ ਨਹੀਂ, ਇਹਦਾ ਮਤਲਬ ਕਿ ਇਨਰਸ਼ੀਆ ਆਫ ਡਾਇਰੈਕਸ਼ਨ ਕਰਕੇ ਰੇਨ ਫਾਲ ਇਨ ਦਾ ਵਰਟੀਕਲ ਡਾਇਰੈਕਸ਼ਨ ਤੇ ਤੁਸੀਂ ਅੰਬ੍ਰੇਲਾ ਉਸੇ ਪਾਸੇ ਨੂੰ ਫੜਿਆ ਹੋਇਆ। ਸਿਮਿਲਰਲੀ ਜੇਕਰ ਤੁਸੀਂ ਮੰਨ ਲਓ ਕਿਸੇ ਗ੍ਰਾਈਂਡਰ ਦੇ ਨਾਲ ਕੋਈ ਰੋਲਰ ਹੈਗਾ ਜਿਹਦੇ ਤੇ ਕਿਸੇ ਨਾਈਫ ਨੂੰ ਤੁਸੀਂ ਸ਼ਾਰਪ ਕਰਦੇ ਪਏ ਹੋ, ਹੈਨਾ, ਤੇ ਮੈਨੂੰ ਪਤਾ ਉਹਦੇ ਜਿਹੜੇ ਸਪਾਰਕਿੰਗ ਹੋਏਗੀ, ਉਹਦੇ ਜਿਹੜੇ ਸਪਾਰਕ ਆਣੇ ਆ,
वो हमेशा टेंजेंट दे अलोंग आने जे इथे व्हील रोटेट कर रहा जे आ मेरे को व्हील रोटेट कर रहा ते ਇਹਦੇ ਜਿਹੜੇ ਸਪਾਰਕ ਦੇ ਆਲਵੇਸ ਟੂ ਬੀ ਫਲਾਈ ਆਫ ਅਲੋਂਗ ਦਾ ਟੈਂਜੈਂਟ ਤੇ ਜੇ ਉਹਨਾਂ ਨੇ ਟੈਂਜੈਂਟ ਦੇ ਅਲੋਂਗ ਫਲਾਈ ਆਫ ਕਰਨਾ ਤੇ ਹਮੇਸ਼ਾ ਅਸੀਂ ਉਹਦਾ ਮੂੰਹ ਆਪਣੇ ਤੋਂ ਪਰੇ ਵੱਲ ਨੂੰ ਰੱਖਾਂਗੇ ਤਾਂ ਕਿ ਉਹਦੇ ਸਪਾਰਕ ਸਾਰੇ ਦੂਜੇ ਪਾਸੇ ਨੂੰ ਜਾਣ ਔਰ ਇਸੇ ਵੇਸ ਅਸੀਂ ਇਹ ਵੀ ਕਹਿ ਦਿੰਦੇ ਜਿੱਦਾਂ ਤੁਹਾਡੇ ਸਕੂਟਰ ਦੇ ਮੱਡ ਗਾਰਡ ਨੇ ठीक है ਜਿਹੜਾ ਅਸੀਂ ਮੱਡ ਫਲੈਪ ਲਗਾਉਂਦੇ ਆ ਠੀਕ ਹੈ ਜੀ ਟਾਇਰ ਦੇ ਬੈਕ ਸਾਈਡ ਦੇ ਉੱਤੇ ਉਹਦਾ ਵੀ ਰੀਜ਼ਨ ਸੇਮ ਆ ਕਿ ਜਦੋਂ ਫਲਾਈ ਉਹਨੇ ਤੁਹਾਡੇ ਟਾਇਰ ਨੇ ਕਿਸੇ ਮੱਡ ਦੇ ਵਿੱਚ ਨਹੀਂ ਪਾਸ ਹੋਣਾ ਤੇ ਉਹਦੇ ਜਿਹੜਾ ਸਾਰਾ ਮੱਡ ਆ ਉਹ ਅਲੋਂਗ ਦਾ ਟੈਂਜੈਂਟ ਆਣਾ ਤੁਹਾਡੇ ਤੇ ਜੇ ਮੈਂ ਅੱਗੇ ਮੱਡ ਫਲੈਪ ਲਾਇਆ ਹੋਇਆ ਰਬੜ ਦਾ ਇੱਥੇ ਫਲੈਪ ਲਾਇਆ ਹੋਇਆ ਤੇ ਸਾਰਾ ਮੱਡ ਉਹਦੇ ਤੇ ਫਾਲ ਕਰੇਗਾ ਘੁੰਮ ਕੇ ਤਾਂ ਮੇਰੇ ਕੋਲ ਆਉਣ ਹੋਵੇ ਠੀਕ ਹੈ ਇਹਦੀ ਜਦੋਂ ਚੱਲਦੀ ਬੱਸ ਦੇ ਵਿੱਚੋਂ ਜੇ ਮੈਂ ਜੰਪ ਕਰਦਾ ਮੈਨੂੰ ਪਤਾ ਕਿ 4 ਕਦਮ ਭੱਜਣੇ ਪੈਣੇ ਆ ਨਾਲ ਠੀਕ ਹੈ ਪਰ ਮੈਂ ਕੀ ਕੀਤਾ ਗਲਤੀ ਕੀ ਕੀਤੀ ਕਹਿੰਦਾ ਜੀ ਬੱਸ ਫਾਰਵਰਡ ਡਾਇਰੈਕਸ਼ਨ ਚ ਮੂਵ ਕਰ ਰਹੀ ਸੀ ਤੇ ਜਦੋਂ ਮੈਂ ਐਸਾ ਚ ਉਤਰਨ ਲੱਗਿਆ ਮੈਂ ਪਿੱਛੇ ਨੂੰ ਮੂਵ ਕਰਕੇ ਉਤਰਨ ਲੱਗਿਆ ठीक है मतलब जे बस फॉरवर्ड चल रही पई ते मैं पीछे नु मूव करके उतर रहा हूं ते हमेशा मैं फॉल करांगा मैं डिगांगा रोड दे उत्ते ओदा कारण ये होएगा कि मेरी बॉडी दे अंदर इनर्शिया ऑफ डायरेक्शन फॉरवर्ड दा बनया होया ते जे मैं मूव पीछे नु करके उतरन लगिया ठीक है ते एदा मतलब मैं अगेंस्ट दा इनर्शिया मूव करन लगिया ते एदा मतलब उस मोमेंट ते बॉडी च अनबैलेंस क्रिएट होएगा ते मैं फॉरवर्ड फॉल करा सो ये सारियां डिफरेंट एग्जांपल्स है बेटा इनर्शिया ऑफ रेस्ट इनर्शिया ऑफ मोशन इनर्शिया ऑफ डायरेक्शन सिर्फ और सिर्फ एक बार इन्हां नु रीडिंग देनी है इस तो अलावा इदी बहुती लोड नहीं पैनी कि एनी टर्म क्लियर है पहलो यस सर सर एथलीट वाली एग्जांपल द्वारा समझाइए हां जी एथलीट वाली एग्जांपल द्वारा समझाइए केने वाली एथलीट वाली तू दौड़ लांदा होवे ठीक है तू जिदे रेस मुकी जिते उस फीता लगया होया वा है ना जिते तू फीता कटिया क्या एकदम खड़ा हो सकदा शिवम जी एकदम रुक जाओगे थोड़ा सा आवाज आई मेरी आवाज आ रही है आवाज आ रही है सारे यस सर ਉਹਦੇ ਚ ਅਸੀਂ ਸਿਰਫ ਇਹ ਦੱਸਦੇ ਹਾਂ ਕਿ ਜੇ ਤੁਸੀਂ ਐਸਚ ਤੁਹਾਡੀ ਬਾਡੀ ਦੇ ਅੰਦਰ ਇਨਰਸ਼ੀਆ ਆਫ ਮੋਸ਼ਨ ਬਣਿਆ ਹੋਇਆ ਵਾ ਤੇ ਜਿੱਦਾਂ ਹੀ ਤੁਹਾਡੀ ਰੇਸ ਮੁੱਕੀ ਤੇ ਨਾਲ ਹੀ ਖੜੇ ਹੋਗੇ ਇਹਦਾ ਮਤਲਬ ਤੁਸੀਂ ਇੱਕਦਮ ਵਿਦਆਊਟ ਨੋ ਟਾਈਮ ਕਹਿੰਦਾ ਜੀ ਤੁਸੀਂ ਇੱਕਦਮ ਮੋਸ਼ਨ ਤੋਂ ਰੈਸਟ ਆ ਰਹੇ ਹੋ ਤੇ ਬਾਡੀ ਦੇ ਅੰਦਰ ਉਸ ਮੂਵਮੈਂਟ ਤੇ ਇੱਕਦਮ ਇਨਰਸ਼ੀਆ ਸਟੇਟ ਚੇਂਜ ਨਹੀਂ ਕਰ ਪਾਏਗਾ ਤੇ ਜੇ ਬਾਡੀ ਦੇ ਅੰਦਰ ਇਨਰਸ਼ੀਆ ਸਟੇਟ ਨਹੀਂ ਚੇਂਜ ਕਰ ਪਾਏਗਾ ਤੇ ਮੇਰੇ ਬਾਡੀ 'ਚ ਅਨਬੈਲੈਂਸਿੰਗ ਕ੍ਰੀਏਟ ਹੋਏਗੀ ਤੇ ਮੈਂ ਡਿੱਗਾਂਗਾ उस चीज ਨੂੰ ਅਵੋਇਡ ਕਰਨ ਲਈ ਹਮੇਸ਼ਾ ਅਸੀਂ ਕੀ ਕਰਦੇ ਆ ਆਪਣੀ ਮੋਸ਼ਨ ਜਿਹੜੀ ਆ ਉਹ ਸਲੋ ਬਾਈ ਸਲੋ ਕਹਿੰਦਾ ਜੀ ਖਤਮ ਕਰਾਂਗੇ ਸਲੋਲੀ ਅਸੀਂ ਉਹਨੂੰ ਖਤਮ ਕਰਾਂਗੇ ਹੌਲੀ ਹੌਲੀ ਅਸੀਂ ਕਹਿੰਦਾ ਜੀ ਆਪਣੀ ਬਾਡੀ ਨੂੰ ਜਿਹੜਾ ਰੈਸਟ ਦੀ ਸਟੇਟ 'ਚ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੀ ਬਾਡੀ ਦੇ ਅੰਦਰ ਹੈਵੀ ਅਮਾਉਂਟ 'ਚ ਇਨਰਸ਼ੀਆ ਆਫ ਮੋਸ਼ਨ ਬਣਿਆ ਹੋਇਆ ਤੇ ਵਿਦ ਨੋ ਟਾਈਮ ਜਦੋਂ ਮੈਂ ਖਤਮ ਕਰਦਾ ਤੇ ਬਾਡੀ ਅਨਬੈਲੈਂਸਿੰਗ ਕ੍ਰੀਏਟ ਕਰੇਗੀ ਇਸ ਕਰਕੇ ਅਸੀਂ ਕਹਿੰਦੇ ਕਿ ਵੀ ਜਿਹੜਾ ਐਥਲੀਟ ਹੋਏਗਾ ਉਹ ਐਸਚ ਆਪਣੀ ਰੇਸ ਨੂੰ ਖਤਮ ਕਰਨ ਤੋਂ ਪਹਿਲਾਂ ਕੁਝ ਸਟੈਪ ਸਲੋ ਕਹਿੰਦਾ ਜੀ ਜਿਹੜਾ ਮੂਵ ਕਰਦਾ ਫਿਰ ਉਹ ਖੜਾ ਹੁੰਦਾ क्लियर है शिवम जी यस सर चल और किसी का कोई डाउट है तो एक बार बोलो बच्चे करा कंटिन्यू यस सर यस सर इतने नाल ही नेक्स्ट अपने को जेड़ा टॉपिक आ जाना ठीक है जी अपना एसएचएस टर्म तो बाद जेड़ा अपने को टॉपिक लिंक हो जाना वो आ जाना अपना न्यूटन्स लॉ एसएच थ्योरेटिकल टॉपिक है थोड़ा जा इसलिए जल्दी भी हो जाएंगे और मेन इना दी रीडिंग देनी और कुछ नहीं हैगा क्योंकि डायरेक्ट थोड़े सिलेबस दे चों कटे गए ठीक है पर इना नु कीते बिना टॉपिक नहीं कवर होने कोई भी आपने न्यूटन्स लॉस ऑफ मोशन जे चली है तो न्यूटन दा फर्स्ट लॉ बेटा अपने को की है हुनी गल करके हटिया ओदी लॉ ऑफ इनर्शिया कह दो गैलीलियो लॉ ऑफ इनर्शिया कह दो या लॉ न्यूटन फर्स्ट लॉ कह दो न्यूटन फर्स्ट लॉ डिफाइन फोर्स Newton's second law measure force and Newton third law always give the direction for nature of energy force यानी direction of force define करेगा first law ने पुत्र Newton दे first law ने force ਨੂੰ define ਕੀਤਾ second law ने force ਨੂੰ ਇੱਕ ਤਰ੍ਹਾਂ measure ਕੀਤਾ ਤੇ third law ने force ਦੀ direction define ਕੀਤੀ ਹੁਣ ਉਹਨਾਂ ਚ first law ਕੀ ਕਹਿੰਦਾ a body continue to remain in the same state of rest or in the same state of a uniform motion unless and until external and unbalanced force will applied over the body
मतलब ਬੋਡੀ ਦੇ ਉੱਤੇ ਅਸੀਂ ਕਹਿ ਰਹੇ ਕਿ ਵੀ ਜਿਹੜੀ ਫੋਰਸ ਹੈਗੀ ਆ, ਠੀਕ ਹੈ, ਜੇ ਬੋਡੀ ਆਪਣੇ ਆਪ ਨੂੰ ਰੈਸਟ ਦੀ ਸਟੇਟ 'ਚ ਆ ਜਾਂ ਬੋਡੀ ਤੁਹਾਡੀ ਯੂਨੀਫਾਰਮ ਮੋਸ਼ਨ 'ਚ ਆ, ਤੇ ਬੋਡੀ ਆਪਣੀ ਸੇਮ ਸਟੇਟ ਮੇਨਟੇਨ ਕਰੇਗੀ। ਪਰ ਕਹਿੰਦਾ ਜੀ ਉਸ ਮੂਵਮੈਂਟ ਤੇ ਜੇ ਮੈਂ ਬੋਡੀ ਦੇ ਅੰਦਰ ਐਸਾ ਕੋਈ ਸਟੇਟ ਚੇਂਜ ਕਰਾਣੀ ਹੈ, ਰੈਸਟ ਤੋਂ ਮੋਸ਼ਨ 'ਚ ਲਿਆਣਾ, ਮੋਸ਼ਨ ਤੋਂ ਰੈਸਟ ਵਿੱਚ ਲਿਆਣਾ, ਜਾਂ ਮੈਂ ਉਹਦੀ ਡਾਇਰੈਕਸ਼ਨ ਚੇਂਜ ਕਰਨੀ, ਤੇ ਇਨ ਦੈਟ ਆਲ ਦਾ ਕੇਸਿਸ ਕਹਿੰਦਾ ਸਮ ਫੋਰਸ ਆਲਵੇਜ਼ ਟੂ ਬੀ ਰਿਕੁਆਇਰਡ। ਇਹਦਾ ਮੈਨੂੰ ਕੁਛ ਨਾ ਕੁਛ ਐਕਸਟਰਨਲ ਫੋਰਸ ਜਿਹੜੀ ਹੋਏਗੀ ਉਸ ਬੋਡੀ ਨੂੰ ਸਪਲਾਈ ਕਰਨੀ ਪੈਣੀ। ਇਹ ਨਹੀਂ ਗੱਲ ਸਮਝ ਲੱਗੀ ਪਹਿਲੋਂ? Yes, sir. ਸੋ ਉਹਨੇ ਐਗਜ਼ਾਮਪਲ ਜਿਹੜਾ ਆਪਾਂ Yes, sir. ਕੋਟ ਕਰ ਦਿੱਤੀ ਕਿ ਜੇ ਆ ਬੋਡੀ Yes. ਨਿਊਟਨ ਫਰਸਟ ਲਾ ਆਪਾਂ ਦੋ ਪਾਰਟ ਚ ਡਿਵਾਈਡ ਕਰ ਸਕਦੇ, ਇੱਕ ਸਟੇਟ ਆਫ ਰੈਸਟ ਤੇ ਇੱਕ ਸਟੇਟ ਆਫ ਮੋਸ਼ਨ। ਜੇ ਆ ਚੌਕ ਬਾਕਸ ਮੇਰੇ ਹੱਥ ਤੇ ਰੈਸਟ ਦੀ ਸਟੇਟ ਚ, ਇਟ ਰਿਮੇਨ ਟੂ ਬੀ ਇਨ ਦਾ ਸਟੇਟ ਆਫ ਰੈਸਟ, ਇਹ ਇਧਰ ਇਧਰ ਰੈਸਟ ਰਹੂਗਾ ਅਨਲੈਸ ਇਟ ਇਜ਼ ਕੰਪੈਲਡ ਬਾਈ ਐਕਸਟਰਨਲ ਸੋਰਸ। ਜਦੋਂ ਤੱਕ ਕਿਸੇ ਐਕਸਟਰਨਲ ਸੋਰਸ ਨਾਲ ਮੈਂ ਇਹਨੂੰ ਕੰਪੈਲ ਨਹੀਂ ਕਰਦਾ ਇਹਦੀ ਸਟੇਟ ਨੂੰ ਚੇਂਜ ਕਰਨ ਲਈ, ਤੁਸੀਂ ਇਹ ਮੰਨ ਕੇ ਚੱਲਦੇ ਬੋਡੀ ਆਪਣੀ ਸੇਮ ਸਟੇਟ ਦੇ ਅੰਦਰ ਕੰਟੀਨਿਊਸਲੀ ਕਹਿੰਦਾ ਜੀ ਪਈ ਰਹੇਗੀ। ਠੀਕ ਹੈ, ਇਹ ਮੇਰੇ ਕੋਲ ਫਰਸਟ ਲਾ। ਹੁਣ ਸੈਕੰਡ ਲਾ ਮੈਨੂੰ ਕੀ ਕਹਿੰਦਾ ਕਿ ਵੀ ਬੋਡੀ ਦੇ ਫੋਰਸ ਲਾ ਦੋ। ਚਲੋ ਆਪਾਂ ਇਦਾਂ ਕਹਿੰਦੇ ਕਿ ਲੈਟ ਵੀ ਸੇ ਵੀ ਅਪਲਾਈ ਦਾ ਫੋਰਸ ਓਵਰ ਦਿਸ ਬੋਡੀ। ਮੈਂ ਇਸ ਵੇਲੇ ਇਸ ਬੋਡੀ ਤੇ 1 ਨਿਊਟਨ ਦੀ ਫੋਰਸ ਲਾਈ ਹੋਈ ਆ, ਪਰ ਬੋਡੀ ਮੂਵ ਨਹੀਂ ਕਰ ਰਹੀ। ਠੀਕ ਹੈ, ਮੈਂ ਬੋਡੀ ਤੇ 2 ਨਿਊਟਨ ਫੋਰਸ ਲਾਈ, ਠੀਕ ਹੈ, ਬੋਡੀ ਹਲਕੀ ਜੀ ਮੂਵ ਕੀਤੀ। 3 4 5 ਜਿੱਦਾਂ ਜਿੱਦਾਂ ਫੋਰਸ ਵਧਾ ਰਿਹਾ ਤੇ ਬੋਡੀ ਦੇ ਅੰਦਰ ਮੋਸ਼ਨ ਦੀ ਅਮਾਉਂਟ ਵੀ ਵੱਧ ਰਹੀ ਹੈ। ਤੇ ਨਿਊਟਨ ਦੇ ਸੈਕੰਡ ਲਾ ਨੇ ਆਪਾਂ ਨੇ ਕਿਹਾ ਕਿ ਵੀ ਐਨ accelerated motion is always due to external force। accelerated motion हमेशा external force करके आएगी, या ਉਹਦੀ ਥਾਂ ਤੇ ਆਪਾਂ ਡਿਫਾਈਨ ਕਰ ਦਿੰਦੇ rate of change of momentum of the body। rate of change of momentum of the body is always directly proportional to ਕਹਿੰਦਾ ਜੀ external force applied over the body। ਜੇ ਮੈਂ ਇਸ ਲਾਈਨ ਨੂੰ ਇਦਾਂ ਲਿਖਾਂ ਤੇ we have to define ਕਿ rate of change of momentum, ठीक है, रेट ऑफ चेंज ऑफ मोमेंटम का मतलब ये होएगा चेंज इन मोमेंटम पर यूनिट टाइम। क्या गल समझ आई? Yes, sir. So rate of change of momentum is always directly proportional to external force applied over the body। ਜੇ ਮੈਂ ਆ ਬੋਡੀ ਦੇ ਉੱਤੇ 1 ਨਿਊਟਨ ਦੀ ਫੋਰਸ ਲਾ ਰਿਹਾ ਤੇ 1 ਨਿਊਟਨ ਨਾਲ ਬੋਡੀ ਦੇ ਅੰਦਰ ਮੋਮੈਂਟਮ ਦੀ ਚੇਂਜ ਥੋੜੀ ਆਣੀ ਹੈ। ਜਿਹੜੀ ਇਨੀਸ਼ੀਅਲ ਸਪੀਡ 0 ਸੀ, ਮੇਰੇ 1 ਨਿਊਟਨ ਦੀ ਫੋਰਸ ਨਾਲ ਬੋਡੀ ਦੇ ਅੰਦਰ ਵੈਲੋਸਿਟੀ 'ਚ ਥੋੜੀ ਜਿਹੀ ਚੇਂਜ ਆਈ, ਇਸ ਲਈ ਮੋਮੈਂਟਮ ਵੀ ਥੋੜਾ ਚੇਂਜ ਹੋਇਆ। ਤੇ ਜੇ ਮੈਂ ਇਹਨੂੰ ਜ਼ੋਰ ਦੀ ਫੋਰਸ ਲਗਾਦਾ ਤੇ ਲੈਟ ਵੀ ਸੇ ਕਿ ਇਸ ਬੋਡੀ ਦੇ ਮੋਮੈਂਟਮ 'ਚ ਬਹੁਤ ਚੇਂਜ ਆਈ। ਇਹਦਾ ਮਤਲਬ ਬੋਡੀ ਦਾ ਮੋਮੈਂਟਮ ਕਿੰਨਾ ਚੇਂਜ ਹੋਏਗਾ, ਹਨਾ, ਇਟ ਡਾਇਰੈਕਟਲੀ ਡਿਪੈਂਡੈਂਟ ਅਪਨ ਹਾਊ ਮਚ ਫੋਰਸ ਵਿਲ ਬੀ ਅਪਲਾਈਡ ਓਵਰ ਦਾ ਬੋਡੀ। ਸੋ ਕੁਆਂਟੀਟੀ ਆਫ ਫੋਰਸ ਮੇਜਰ ਕਰਾਂਗੇ ਸੈਕੰਡ ਲਾਅ ਦੇ ਅੰਦਰ, ਇਸ ਲਈ ਅਸੀਂ ਇਹ ਡਿਫਾਈਨ ਕਰਦੇ ਨਿਊਟਨ ਸੈਕੰਡ ਲਾਅ ਵਿਲ ਆਲਵੇਜ਼ ਮੇਜਰ ਦਾ ਫੋਰਸ। क्या इन्हीं गल समझ लग रही? सर रिपीट करिए। ਆਪਾਂ ਇਹ ਕਿਹਾ ਕਿ ਵੀ ਬਾਡੀ ਦੇ ਮੋਮੈਂਟਮ 'ਚ ਕਿੰਨੀ ਚੇਂਜ ਆਣੀ ਆ, ਕਿੱਦਾਂ ਪਤਾ ਲੱਗੂਗਾ? ਉਹ ਕਹਿੰਦਾ ਜੀ ਬਾਡੀ ਤੇ ਫੋਰਸ ਕਿੰਨੀ ਲਗਾਣੀ ਆ। ਸ਼ਿਵਮ ਜੀ, ਤੁਹਾਨੂੰ ਕਿਸੇ ਨੇ ਹੌਲੀ ਦੇ ਨਾਲ ਧੱਕਾ ਮਾਰਿਆ, ਠੀਕ ਹੈ ਜੀ, ਤੇ ਤੁਹਾਡੇ ਮੋਮੈਂਟਮ 'ਚ ਥੋੜੀ ਚੇਂਜ ਆਈ, ਤੇ ਜੇ ਤੁਹਾਨੂੰ ਕਿਸੇ ਨੇ ਆ ਕੇ ਹੋਰ ਜ਼ੋਰ ਦੀ ਮਾਰਿਆ ਧੱਕਾ ਤੇ ਤੁਹਾਡੇ ਬਾਡੀ ਦਾ ਮੋਮੈਂਟਮ ਜ਼ਿਆਦਾ ਚੇਂਜ ਹੋਊ। यस सर। है ना? ਤੇ ਇਹਦਾ ਮਤਲਬ ਬਾਡੀ ਦੇ ਮੋਮੈਂਟਮ 'ਚ ਕਿੰਨੀ ਚੇਂਜ ਆਈ ਗਿਵਨ ਟਾਈਮ ਦੇ ਅੰਦਰ, ਉਹ ਕਿਤੇ ਡਿਪੈਂਡੈਂਟ ਹੋਈ। ਕਹਿੰਦਾ ਜੀ ਹਾਊ ਮਚ ਫੋਰਸ ਵਿਲ ਬੀ ਅਪਲਾਈਡ। ਇਸ ਨੂੰ ਆਪਾਂ ਫਿਰ ਡਿਫਾਈਨ ਕਰਦੇ ਪਏ ਕਿ ਰੇਟ ਆਫ ਚੇਂਜ ਆਫ ਮੋਮੈਂਟਮ, rate of change of momentum of a body is always directly proportional to ਕਹਿੰਦਾ ਜੀ external force applied over the body। so ਜਿੰਨੀ external force body ਤੇ ਜ਼ਿਆਦਾ ਅਪਲਾਈ ਕਰਾਂਗਾ ਉਨੀ body ਦੇ momentum ਦੀ change ਵੀ ਜ਼ਿਆਦਾ। ਜਾਂ ਇਸੇ ਚੀਜ਼ ਨੂੰ ਅਸੀਂ ਦੂਸਰੇ ਫਾਰਮ 'ਚ ਇਦਾਂ ਕਹਿ ਦਿੰਦੇ ਐਕਸਲਰੇਸ਼ਨ ਪ੍ਰੋਡਿਊਸ ਇਨ ਦਾ ਬੋਡੀ, ਕਿਉਂਕਿ ਜੇ ਬੋਡੀ ਦੀ ਵੈਲੋਸਿਟੀ ਚੇਂਜ ਹੋਈ ਹੈ ਤੇ ਬੋਡੀ 'ਚ ਅਸੀਂ ਕਹਿੰਦੇ ਐਕਸਲਰੇਸ਼ਨ ਆਈ। ਤੇ ਐਕਸਲਰੇਸ਼ਨ ਪ੍ਰੋਡਿਊਸ ਇਨ ਦਾ ਬੋਡੀ is always directly proportional to force applied for a given body। for a given body, given body ਦਾ ਮਤਲਬ ਇਹ ਹੋਏਗਾ ਕਿ ਤੁਹਾਡੀ ਬੋਡੀ ਦੇ ਮਾਸ ਨੂੰ ਕਾਂਸਟੈਂਟ ਮੰਨਿਆ ਜਾ ਰਿਹਾ। ਆ ਮੇਰੇ ਹੱਥ ਤੇ ਚੌਕ ਪਿਆ, ਠੀਕ ਹੈ, ਇਸ ਚੌਕ ਦੇ ਉੱਤੇ ਮੈਂ ਥੋੜੀ ਫੋਰਸ ਲਾਵਾਂ ਤੇ ਜ਼ਿਆਦਾ ਲਗਾਵਾਂ, ਉਹਦੇ ਅਕੋਰਡਿੰਗਲੀ ਚ ਐਕਸਲਰੇਸ਼ਨ ਆ, ਪਰ ਚੌਕ ਦਾ ਮਾਸ ਤਾਂ ਨਹੀਂ ਨਾ ਚੇਂਜ ਕੀਤਾ। ਇਹਦਾ ਮਤਲਬ ਐਕਸਲਰੇਸ਼ਨ ਫੋਰਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਪ੍ਰੋਵਾਈਡਡ ਮਾਸ ਆਫ ਦਾ ਬੋਡੀ ਰਿਮੇਨ ਟੂ ਬੀ ਕਾਂਸਟੈਂਟ। और इसे ਨੂੰ ਅਸੀਂ ਫਿਰ ਇਦਾਂ ਕਹਿ ਦਿੰਦੇ F proportional to A which implies F equal to ma। ਠੀਕ ਹੈ, ਪਰ ਉਹ ਤੇ m ਜਿਹੜਾ ਹੋਏਗਾ ਇਹ ਕਿਸੇ ਵੀ ਗਿਵਨ ਬਾਡੀ ਦਾ ਮਾਸ ਆ ਤੇ ਗਿਵਨ ਬਾਡੀ ਦਾ ਮਾਸ ਕਾਂਸਟੈਂਟ ਆ ਤੇ ਐਕਸਲਰੇਸ਼ਨ ਤੇ ਫੋਰਸ ਆਪਸ ਵਿੱਚ ਰਿਲੇਟ ਹੋ ਜਾਂਦੇ।
क्या आ गल समझ लगी? yes sir, चलो Yes. जे इसे चीज तो ਆਪਾਂ चलीए ਤੇ ਉਹਨੇ ਆਪਣੇ ਕੋਲ ਆਹੀ ਐਸਐਚ ਰੇਟ ਆਫ ਚੇਂਜ ਆਫ ਮੋਮੈਂਟਮ ਵਾਲੇ ਰਿਲੇਸ਼ਨ ਤੋਂ F ma ਨੂੰ ਡਰਾਈਵ ਕਰ ਦਿੱਤਾ। मैं इतो शुरू करा ते आ रिलेशन डेवलप कर दियो, इतो शुरू करो ते इस रिलेशन को डेवलप कर लो। ठीक है, अब आ डिफाइन करने लगे अकॉर्डिंग टू सेकंड लॉ F डायरेक्टली प्रोपोर्शनल टू dt by dt। अब जे प्रोपोर्शनलिटी कांस्टेंट लगाना होवे इक्वालिटी का साइन दबाएंगे k टाइम्स द dt by dt और p ने तो डिफाइन कर दो बट p इक्वल टू mv मोमेंटम मास इनटू वेलोसिटी आ जाएगा। इसे वैल्यू पुट अप कर दो तो देयरफॉर साइड को रिलेशन आ जाना F इक्वल टू k टाइम्स द d by dt ऑफ mv। आप डिफाइन ये करके चलते पे फॉर ए गिवन बॉडी का मतलब है मास ऑफ द बॉडी कांस्टेंट है तो कांस्टेंट बाहर आ जाएगा F इक्वल टू आ जाएगा k into m into dv by dt और इसे डिफाइन कर देंगे एक्सपेरिमेंटली द वैल्यू ऑफ k। ठीक है, एदी वैल्यू एक्सपेरिमेंटल कैलकुलेटेड है k दी वैल्यू 1 ਹੁੰਦੀ ਆ इसलिए F इक्वल टू आ जाएगा m into dv by dt। ठीक है, बट इसे डिफाइन कर लो कि भी dv by dt बट dv by dt ਇਹਦੀ ਵੈਲਿਊ ਅਸੀਂ ਐਕਸਲਰੇਸ਼ਨ a ਡਿਫਾइन ਕਰਦੇ ਆ देयरफॉर ਆਪਣੇ ਕੋਲ ਰਿਲੇਸ਼ਨ ਆ ਜਾਏਗਾ F equal to mv। ਯਾਨੀ ਆ ਨਿਊਟਨ ਦੇ ਸੈਕੰਡ ਲਾਅ ਨੂੰ ਅਸੀਂ ਡਿਵੈਲਪ ਕਰਦੇ ਇਹਦੀ ਹੀ ਸੈਕੰਡ ਫਾਰਮ ਤੋਂ। सो एक तो शुरू करके F डायरेक्टली टू रेट ऑफ चेंज ऑफ मोमेंटम देखो तो F इक्वल टू m में प्रूव हो जाएगा। क्या एक क्लियर है? Yes, sir. Yes, sir. न्यूटन दे फर्स्ट लॉ ते न्यूटन दे सेकंड लॉ जे इन्हां दो लॉ दे विच किसी नूं समझण च कोई प्रॉब्लम हैगी कोई चीज नहीं क्लियर ते बेटा एक बारी पहले जरूर बोलो। मैं 2 मिनट दा पॉज दे रहा, किसी नूं लगदा कोई चीज पूछण वाली हैगी ते एक बारी जरूर पहले डिस्कस करो। हाँ जी, क्या सारे इना क्लियर है? yes ਇਹਦੇ ਵਿੱਚ sir, ਕੇ ਕਿੱਦਾਂ ਆਇਆ? दोबारा बोलो। के ਜਿਹੜਾ ਕੇ ਆ प्रोपोर्शनैलिटी दा साइन किदा यूज करांगे ना ते प्रोपोर्शनैलिटी ਹਾਂਜੀ साइन नो ਅਸੀਂ ਜਦੋਂ ਵੀ ਇਕੁਐਲਿਟੀ ਨਾ ਇਕੁਅਲ ਟੂ ਦੇ ਸਾइन ਨਾ ਕਨਵਰਟ ਕਰਨਾ ਤੇ ਅਸੀਂ ਹਮੇਸ਼ਾ ਕਹਿੰਦੇ ਕਿ ਵੀ ਇਹ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਦੇ ਥਰੂ ਹੁੰਦੀ ਹੈ ਚੀਜ਼ ਤੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਦੇ ਕੋਲ ਅਸੀਂ ਜਿਹੜਾ ਉਹਦਾ ਸਿੰਬਲ ਅਸੀਂ k ਰੱਖਦੇ ਹਾਂ। ਹੁਣ k ਦੀ ਵੈਲਿਊ ਕਿੰਨੀ ਹੋਏਗੀ ਇਹ ਅਸੀਂ ਨੂਮੈਰੀਕਲੀ ਇੱਥੇ ਕਿਤੇ ਵੀ ਨਹੀਂ ਕੈਲਕੂਲੇਟ ਕਰ ਪਾਉਂਦੇ। ਇਸ ਚੀਜ਼ ਨੂੰ ਅਸੀਂ ਐਕਸਪੈਰੀਮੈਂਟਲੀ ਡਿਪੈਂਡ ਕਰਦੇ ਕਿ ਇਹਦੀ ਐਕਸਪੈਰੀਮੈਂਟਲ ਕੰਡੀਸ਼ਨ ਜਿਹਦੀ ਵੈਲਿਊ ਕੈਲਕੂਲੇਟ ਕੀਤੀ ਹੋਈ ਆ ਔਰ ਉਹ ਵੈਲਿਊ ਅਸੀਂ ਡਾਇਰੈਕਟਲੀ ਆਪਣੇ ਰਿਲੇਸ਼ਨ 'ਚ ਯੂਜ਼ ਕਰਦੇ ਹਾਂ। ਇਸ ਲਈ ਅਸੀਂ k ਨੂੰ 1 ਜੇ ਭਰਿਆ ਤੇ ਇਹ ਐਕਸਪੈਰੀਮੈਂਟਲੀ ਕੈਲਕੂਲੇਟਡ। ठीक है, वो वैल्यू 1 पुट अप कर दो f द रिलेशन आ गया। क्लियर है? Yes, sir. हाँ जी, किसी दा कोई भी डाउट किसी सिंगल वर्ड च है ते जरूर एक बारी बोलो फिर आप आगे चलिए बेटा। हाँ जी बच्चे। सर लीनियर मोमेंटम टाइम ते डिपेंड करदा वा? हाँ जी पुत्र। लीनियर मोमेंटम टाइम ते डिपेंड कर पुत्र इदा हैगा मोमेंटम टाइम डिपेंडेंट किदा बनाना है ना वो साडे कोल फैक्टर ने। ਆਪਾਂ मोमेंटम ਨੂੰ ਜਿੱਦਾਂ ਆ ਡਿਫਾਈਨ ਕਰਦੇ ਕਿ ਵੀ मोमेंटम मास इनटू वेलोसिटी ਆ। ठीक है, ਤੇ वेलोसिटी ਨੂੰ ਮੈਂ ਅੱਗੇ ਪੜਾਂ डिस्प्लेसमेंट बाय टाइम ਤੇ ਮੈਂ ਇਹ ਕਹਿ ਸਕਦਾ फॉर ए गिवन डिस्प्लेसमेंट मतलब फॉर ए गिवन मास ऑफ द बॉडी एंड इन फॉर ए गिवन डिस्प्लेसमेंट। ठीक है, हाउ मच टाइम विल बी टेकन बाय द बॉडी फॉर दैट डिस्प्लेसमेंट दैट मेजर द मोमेंटम। मतलब आ एक चौक आ। ठीक है, जे मैं इस चौक ਨੂੰ ਆਪਣੇ ਇਸ ਪੋਜੀਸ਼ਨ ਤੋਂ ਆ ਦੂਜੀ ਪੋਜੀਸ਼ਨ ਤੇ ਲੈ ਕੇ ਜਾਣਾ ਮੰਨ ਲਓ 1 ਮੀਟਰ ਮੂਵ ਕਰਾਣਾ। ਹੁਣ ਪੁੱਤ ਇਹਨੂੰ ਮੈਂ 1 ਮੀਟਰ 1 ਸੈਕਿੰਡ ਚ ਮੂਵ ਕਰਾਇਆ ਕਿ ਇਹਨੂੰ ਮੈਂ 1 ਮਿੰਟ ਚ ਮੂਵ ਕਰਾਇਆ। ਜੇ ਇਹਨੂੰ ਮੈਂ 1 ਸੈਕਿੰਡ ਚ ਮੂਵ ਕਰਾ ਰਿਹਾ ਹਾਂ ਤੇ ਨੈਚੁਰਲ ਕਿ ਵੀ ਉਸ ਮੂਵਮੈਂਟ ਦੇ ਉੱਤੇ ਬਾਡੀ ਰੈਪਿਡ ਮੂਵ ਕੀਤੀ ਆ ਤੇ ਇਸ ਲਈ ਅਸੀਂ ਕਹਾਂਗੇ ਇਹ ਚ ਜ਼ਿਆਦਾ ਮੋਮੈਂਟਮ। ਤੇ ਜੇ ਇਸੇ ਬਾਡੀ ਦਾ ਐਸ ਸੱਚ ਡਿਸਪਲੇਸਮੈਂਟ ਵੇਲੇ 1 ਮਿੰਟ ਮੈਨੂੰ ਲੱਗ ਗਿਆ ਇਹਨੂੰ 60 ਸੈਕਿੰਡ ਲੱਗ ਗਏ ਤੇ ਟਾਈਮ ਵੱਧ ਗਿਆ। ਇਹਦਾ ਮਤਲਬ ਬਾਡੀ ਸਲੋ ਮੂਵ ਕਰਦੀ ਪਈ ਤੇ ਸਲੋ ਮੂਵ ਕਰੇ ਤਾਂ ਉਹਦਾ ਮੋਮੈਂਟਮ ਥੋੜਾ ਹੋਏਗਾ। ਗੱਲ ਸਮਝ ਲੱਗੀ? यस ਸੋ ਮੋਮੈਂਟਮ ਬੱਚੇ ਮੋਮੈਂਟਮ ਆਪਣੇ ਆਪ 'ਚ ਟਾਈਮ ਡਿਪੈਂਡੈਂਟ ਹੈਗਾ ਉਦੋਂ ਕਵਾਂਗੇ ਜੇ ਅਸੀਂ ਬਾਡੀ ਦਾ ਮਾਸ ਤੇ ਉਹਦਾ ਕਵਰ ਡਿਸਟੈਂਸ ਜਿਹੜਾ ਵਾ ਇਹਨੂੰ ਮੈਂ ਕਾਂਸਟੈਂਟ ਮੰਨ ਕੇ ਚੱਲਾਂ। ਆ ਜਦੋਂ ਮੇਰੀ ਚੀਜ਼ਾਂ ਦੋਨੋਂ ਕਾਂਸਟੈਂਟ ਆ ਉਦੋਂ ਮੋਮੈਂਟਮ ਤੇ ਟਾਈਮ ਰੈਸਿਪਰੋਕਲ ਆ। ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਨਾ
गल समझोगे जाके आ जाएगी। कहना प्लेयर कैच ए बॉल, ठीक है, वाइल कैचिंग ए बॉल प्लेयर ऑलवेज लोअर हिज हेड। मैं बॉल कैच करनी, मैं इत्थे कैच करनी थां ते हत्थ इत्थे लिया के थल्ले नु इदां थल्ले लैना फिर कैच करदा पिया है ना। वो कहंदा भी क्यों, ਉਹਦੀ ਕੀ ਐਡਵਾਂਟੇਜ ਆ। ਤੇ ਜਦੋਂ ਮੇਰੇ ਇੱਥੇ ਹੱਥ 'ਚ ਬਾਲ ਆਈ ਜਾਂ ਜਦੋਂ ਇੱਥੇ ਹੱਥ 'ਚ ਆਈ ਹੈ ਨਾ, ਦੋਨਾਂ ਕੇਸਿਸ ਦੇ ਅੰਦਰ ਬਾਡੀ 100 ਮੀਟਰ ਪਰ ਸੈਕਿੰਡ ਨਾਲ ਮੰਨ ਲਓ ਆ ਰਹੀ ਸੀ ਤੇ ਮੇਰੇ ਇੱਥੇ ਹੱਥ 'ਚ ਆ ਕੇ ਵੀ ਉਹਦੀ ਵੈਲੋਸਿਟੀ ਜ਼ੀਰੋ ਹੋਈ, ਇੱਥੇ ਵੀ ਜ਼ੀਰੋ। ਇਹਦਾ ਮਤਲਬ ਬਾਲ ਦੀ ਵੈਲੋਸਿਟੀ 'ਚ ਚੇਂਜ ਸੇਮ ਆਈ ਆ, ਬਾਲ ਦੀ ਵੈਲੋਸਿਟੀ 'ਚ ਚੇਂਜ ਸੇਮ ਆਈ ਆ। ਫਰਕ ਕਿੱਥੇ ਪਿਆ, ਇੱਥੇ ਨਾਲੋਂ ਇੱਥੇ ਕੈਚ ਡਾਊਨ ਕਰਨ ਲੱਗੇ ਮੈਨੂੰ ਇੱਕ ਸੈਕਿੰਡ ਜ਼ਿਆਦਾ ਲੱਗਿਆ। ਤੇ ਜੇ ਟਾਈਮ ਵੱਧ ਗਿਆ, ਜੇ ਟਾਈਮ ਵੱਧ ਗਿਆ ਤਾਂ ਅਸੀਂ ਮੰਨਦੇ ਹਾਂ ਕਿ ਅਸੀਂ ਉਹਦੇ ਐਸ ਸੱਚ ਜਿਹੜੀ ਮੋਮੈਂਟਮ ਦੀ ਚੇਂਜ ਆ, ਉਹਦਾ ਮੋਮੈਂਟਮ ਚੇਂਜ ਹੋਇਆ ਵਾ। ਇਹ ਗੱਲ ਸਮਝ ਆ ਰਹੀ ਬੇਟਾ ਜੋ ਦੱਸ ਰਿਹਾ? ਯੈਸ ਸਰ। ਸੋ ਜੋ ਪੁੱਤ ਇਹ ਤੋਂ ਜੇ ਮੈਂ ਚੱਲਾਂ ਤੇ ਇਹਦੇ ਨਾਲ ਬਾਡੀ ਦੇ ਮੋਮੈਂਟਮ ਚ ਚੇਂਜ ਨੂੰ ਮੈਂ ਟਾਈਮ ਵਧਾਤਾ। ਤੇ ਜੇ ਮੈਂ ਟਾਈਮ ਵਧਾ ਦਿੱਤਾ ਤੇ ਇਹਦਾ ਮਤਲਬ ਉਸ ਬਾਲ ਦਾ ਜਿਹੜਾ ਮੇਰੇ ਹੱਥਾਂ ਤੇ ਇੰਪੈਕਟ ਆਣਾ ਸੀਗਾ, ਜਿਹੜੀ ਸੱਟ ਲੱਗਣੀ ਸੀ ਹਨਾ, ਉਹਦੇ ਮੈਨੂੰ ਘੱਟ ਇੰਜਰੀ ਦਊਗਾ। ਇਹਦਾ ਮਤਲਬ ਇਹ ਹੋ ਗਿਆ ਮੋਮੈਂਟਮ ਦੀ ਚੇਂਜ ਲੈ ਕੇ ਆਣੀ ਆ। ਜੇ ਮੋਮੈਂਟਮ ਦੀ ਚੇਂਜ ਮੈਂ ਲੈ ਕੇ ਆਣੀ ਤੇ ਸ਼ਾਰਟ ਟਾਈਮ 'ਚ ਲੈ ਕੇ ਆਇਆ ਕਿ ਲਾਰਜ ਟਾਈਮ 'ਚ ਲੈ ਕੇ ਆਇਆ, ਉਹਨਾਂ ਦੋਨਾਂ ਦੇ ਕਰਕੇ ਬਾਡੀ ਤੇ ਇੰਪੈਕਟ ਕਰਨ ਵਾਲੀ ਜਿਹੜੀ ਫੋਰਸ ਹੋਏਗੀ ਉਹ ਚੇਂਜ ਹੋ ਜਾਂਦੀ ਹੈ। ਗੱਲ ਸਮਝ ਲੱਗੀ? ਯੈਸ ਸਰ। ਸਰ ਜਿੱਦਾਂ ਸਪੋਜ਼ ਸਟੋਨ ਤੇ ਇੱਕ ਬੁਲੇਟ, ਤੇ ਬੁਲੇਟ ਜ਼ਿਆਦਾ ਟਾਈਮ 'ਚ ਮਤਲਬ ਘੱਟ ਟਾਈਮ 'ਚ ਜਿੱਦਾਂ ਸਪੋਜ਼ ਵਿੰਡੋ ਨੂੰ ਤੋੜ ਦਊਗੀ, ਮਤਲਬ ਜਿੱਦਾਂ ਹਨਾ, ਤੇ ਜਿਹੜਾ ਸਟੋਨ ਹੈ ਉਹ ਜ਼ਿਆਦਾ ਟਾਈਮ ਲਊਗਾ ਮਤਲਬ। ਮੈਂ ਪੜ੍ਹ ਲਿਆ ਕੁਐਸਚਨ ਤੇਰਾ। ਮੈਂ ਇੱਕ ਕੁਐਸਚਨ ਇਦਾਂ ਆਪਾਂ ਬਣਾ ਦਿੰਦੇ ਕਿ ਵੀ ਤੁਸੀਂ ਇੱਕ ਸ਼ੀਸ਼ੇ ਦੇ ਉੱਤੇ ਇੱਕ ਬੁਲੇਟ ਫਾਇਰ ਕੀਤੀ ਔਰ ਦੂਜੇ ਪਾਸੇ ਇੱਕ ਪੱਥਰ ਮਾਰਿਆ, ਠੀਕ ਹੈ। ਅਸੀਂ ਕਹਿੰਦੇ ਪੱਥਰ ਦੇ ਨਾਲ ਸਾਰੀ ਵਿੰਡੋ ਸ਼ੈਟਰ ਕਰ ਗਈ, ਠੀਕ ਹੈ, ਸਾਰੇ ਕੱਚ ਟੁੱਟ ਗਿਆ, ਜਦ ਕਿ ਬੁਲੇਟ ਹੋਲ ਬਣਾ ਕੇ ਨਿਕਲੀ। ਤੇ ਪੁੱਤ ਉਸ ਮੂਵਮੈਂਟ ਤੇ ਕਨਸੈਪਟ ਕਿੱਥੇ ਚੇਂਜ ਹੋਇਆ ਕਿ ਜਦੋਂ ਬੁਲੇਟ ਇੱਥੇ ਜਾ ਕੇ ਫਾਇਰ ਹੋਈ ਨਾ, ਤੇ ਬੁਲੇਟ ਡਸ ਨਾਟ ਹੈਵ ਦਾ ਇਨਫ ਟਾਈਮ, ਬੁਲੇਟ ਦਾ ਮੋਮੈਂਟਮ ਬਹੁਤ ਸੀਗਾ, ਪਰ ਉਹ ਮੋਮੈਂਟਮ ਨੂੰ